Hello students, good morning to all of you. Today we will learn about the JavaScript code, and today we don't execute any code. We study only about the JavaScript structure or basic structure of a program or basic location or basic structure of a output in JavaScript code. ਸੋ ਇਸ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨਾ ਹੈ ਤਾਂ ਕਿ ਕੋਈ ਵੀ ਡਾਊਟ ਨਾ ਰਹੇ ਅਤੇ ਮੇ ਬੀ ਰਹੂਗਾ ਵੀ ਨਹੀਂ ਅਗਰ ਤੁਸੀਂ ਧਿਆਨ ਨਾਲ ਇਸ ਨੂੰ ਸੁਣ ਰਹੇ ਹੋ। ਸੋ ਸਭ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਡਾਇਨਾਮਿਕ ਸਟੱਡੀ ਨੂੰ ਸਪੋਰਟ ਕਰਨਾ, ਸਬਸਕ੍ਰਾਈਬ ਕਰਨਾ, ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਸੋ ਅੱਜ ਅਸੀਂ ਸਟਾਰਟ ਕਰਦੇ ਹਾਂ ਜੀ ਸਿੰਪਲ ਕੋਡਿੰਗ ਔਰ ਸਿੰਪਲ ਸਟਰਕਚਰ ਆਫ ਜਾਵਾਸਕ੍ਰਿਪਟ। ਸੋ ਅੱਜ ਅਸੀਂ ਲਰਨ ਕਰਾਂਗੇ ਜੀ ਜਾਵਾਸਕ੍ਰਿਪਟ ਦੇ ਵਿੱਚ ਪ੍ਰਿੰਟ ਕਰਨ ਬਾਰੇ ਇੱਕ ਸਿੰਪਲ ਮੈਸੇਜ ਨੂੰ। ਤਾਂ ਸਿੰਪਲ ਮੈਸੇਜ ਨੂੰ ਅਸੀਂ ਜਾਵਾਸਕ੍ਰਿਪਟ ਦੇ ਵਿੱਚ ਕਿਸ ਤਰ੍ਹਾਂ ਪ੍ਰਿੰਟ ਕਰਦੇ ਹਾਂ, ਸੋ ਇਸ ਬਾਰੇ ਅੱਜ ਅਸੀਂ ਲਰਨ ਕਰਾਂਗੇ। ਤੋ ਇਸ ਤੋਂ ਪਹਿਲਾਂ ਅਸੀਂ ਦੇਖ ਲਈਏ ਕਿ ਕਿਹੜੇ ਕਿਹੜੇ ਸਾਨੂੰ ਮੇਨ ਕੋਡਸ ਹੈ, ਕਿਹੜੇ ਕਿਹੜੇ ਮੇਨ ਟੈਗਸ ਹੈ ਜਿਨ੍ਹਾਂ ਦਾ ਯੂਜ਼ ਕਰਨਾ ਪੈਂਦਾ। ਸਭ ਤੋਂ ਪਹਿਲਾਂ ਸਕ੍ਰਿਪਟ ਟੈਗ ਅਸੀਂ ਯੂਜ਼ ਕਰਨਾ। ਤਾਂ ਪਹਿਲਾਂ ਮੈਂ ਤੁਹਾਨੂੰ ਇਹਦੀ ਆਲ ਓਵਰ ਸਟਰਕਚਰ ਵੀ ਦੱਸੂੰਗੀ ਕਿ ਆਲ ਓਵਰ ਸਟਰਕਚਰ ਆਫ ਜਾਵਾਸਕ੍ਰਿਪਟ ਪ੍ਰੋਗਰਾਮ ਕਿਹੋ ਜਿਹੀ ਹੋਏਗੀ, ਕਿਉਂਕਿ ਅਸੀਂ ਇਹਨੂੰ ਸਕ੍ਰਿਪਟ ਟੈਗ ਦੇ ਨਾਲ ਦੱਸਾਂਗੇ। HTML ਦੇ ਵਿੱਚ ਇੰਬੈਡ ਕਰਾਂਗੇ ਕਿ ਕਿੱਦਾਂ ਅਸੀਂ ਕਿਹੜੀ ਸਕ੍ਰਿਪਟ ਹੈ ਜਿਹੜੀ ਯੂਜ਼ ਕੀਤੀ ਗਈ ਹੈ। ਜਿੱਦਾਂ ਅਸੀਂ PHP ਵੀ ਕਰ ਸਕਦੇ ਹਾਂ, ਠੀਕ ਹੈ, ਜਾਵਾਸਕ੍ਰਿਪਟ ਵੀ XML ਵੀ ਕਰ ਸਕਦੇ ਹਾਂ। ਸੋ ਅਸੀਂ ਅੱਜ ਇਸ ਟਾਈਮ ਕਿਸ ਸਕ੍ਰਿਪਟ ਦੀ ਗੱਲ ਕਰ ਰਹੇ ਹਾਂ ਜੀ, ਜਾਵਾਸਕ੍ਰਿਪਟ ਦੀ। ਤਾਂ ਅਸੀਂ ਜਾਵਾਸਕ੍ਰਿਪਟ ਹੈ ਜਿਹੜਾ ਉਹਦੇ ਬਾਰੇ ਡਿਸਕਰਾਈਬ ਕਰਨ ਦੇ ਲਈ, ਜਾਵਾਸਕ੍ਰਿਪਟ ਨੂੰ ਡਿਸਕਰਾਈਬ ਕਰਨ ਦੇ ਲਈ ਅਸੀਂ ਕੀ ਕਰਾਂਗੇ, ਇੱਥੇ ਇੱਕ ਸਕ੍ਰਿਪਟ ਟੈਗ ਦੇਵਾਂਗੇ ਜਿਹਦੇ ਵਿੱਚ ਅਸੀਂ ਜਾਵਾਸਕ੍ਰਿਪਟ ਨੂੰ ਮੈਂਸ਼ਨ ਕਰਾਂਗੇ। ਠੀਕ ਹੈ ਜੀ। ਨੈਕਸਟ ਹੈ ਯੂ ਕੈਨ ਪਲੇਸ ਦਾ ਸਕ੍ਰਿਪਟ ਟੈਗ ਕੰਟੇਨਿੰਗ ਯੂਰ ਜਾਵਾਸਕ੍ਰਿਪਟ ਸਟੇਟਮੈਂਟ ਐਨੀਵੇਅਰ ਵਿਦਿਨ ਯੂਰ ਵੈਬ ਪੇਜ। ਸੋ ਜਿਹੜਾ ਸਕ੍ਰਿਪਟ ਟੈਗ ਹੈ ਉਸਨੂੰ ਅਸੀਂ ਸਕ੍ਰਿਪਟ ਟੈਗ ਦੇ ਨਾਲ ਹੀ ਕੰਟੇਨ ਕਰਾਂਗੇ। ਇਟ ਮੀਨਸ ਕਿ ਇੱਕ ਸਕ੍ਰਿਪਟ ਟੈਗ ਓਪਨ ਹੋਏਗਾ ਤਾਂ ਇੱਕ ਸਕ੍ਰਿਪਟ ਟੈਗ ਜੋ ਹੈ ਉਹ ਕਲੋਜ਼ ਵੀ ਹੋਏਗਾ, ਬਟ ਇਟ ਪ੍ਰੈਫਰਡ ਵੇ ਟੂ ਕੀਪ ਇਟ ਵਿਦਿਨ ਦਾ ਹੈਡ ਟੈਗ। ਔਰ ਅਸੀਂ ਇਸ ਨੂੰ ਹੈਡ ਟੈਗ ਦੇ ਨਾਲ ਇਨਕਲੋਜ਼ ਕਰਾਂਗੇ ਕਿ ਸਕ੍ਰਿਪਟ ਟੈਗ ਜਿੱਥੇ ਸ਼ੁਰੂ ਹੋਏਗਾ ਉਸ ਤੋਂ ਪਹਿਲਾਂ ਹੈਡ ਟੈਗ ਸ਼ੁਰੂ ਹੋਣਾ ਜ਼ਰੂਰੀ ਆ, ਔਰ ਜਿੱਥੇ ਵੀ ਹੈਡ ਟੈਗ ਬੰਦ ਹੋਏਗਾ ਜਾਂ ਆਪਾਂ ਕਹਿ ਲਈਏ ਕਲੋਜ਼ ਹੋਏਗਾ ਤਾਂ ਉਸ ਤੋਂ ਪਹਿਲਾਂ ਸਕ੍ਰਿਪਟ ਟੈਗ ਵੀ ਕਲੋਜ਼ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਠੀਕ ਹੈ, ਤਾਂ ਹੈਡ ਹੈ ਜਿਹੜਾ ਉਹ ਸਕ੍ਰਿਪਟ ਟੈਗ ਨੂੰ ਕੀ ਕਰੇਗਾ ਜੀ, ਕਲੋਜ਼ ਕਰੇਗਾ। ਸੋ ਇਹ ਹੈ ਜੀ ਇਹਦੀ ਆਲ ਓਵਰ ਡਿਸਕ੍ਰਿਪਸ਼ਨ। ਤਾਂ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕੋਡਿੰਗ। ਦੇਖੋ ਕੋਡਿੰਗ ਕਿਸ ਤਰ੍ਹਾਂ ਦੀ ਹੋਏਗੀ ਕਿ ਸਭ ਤੋਂ ਪਹਿਲਾਂ ਅਸੀਂ HTML ਟੈਗ ਯੂਜ਼ ਕਰਦੇ ਹਾਂ, HTML ਦੀ ਕੋਡਿੰਗ ਦੀ ਤਰ੍ਹਾਂ ਹੀ। ਫਿਰ ਅਸੀਂ ਹੈਡ ਕਰਦੇ ਹਾਂ, ਫਿਰ ਟਾਈਟਲ ਦੇ ਵਿੱਚ ਅਸੀਂ ਕੋਈ ਵੀ ਟਾਈਟਲ ਜੋ ਹੈ ਅਪਰੋਪਰੀਏਟ ਤੁਹਾਡੇ ਸਮਝਣ ਦੇ ਲਈ ਉਹ ਦੇ ਸਕਦੇ ਹਾਂ, ਔਰ ਹੈਡ ਟੈਗ ਨੂੰ ਅਸੀਂ ਕਲੋਜ਼ ਕੀਤਾ। ਨੈਕਸਟ ਬੋਡੀ ਟੈਗ ਨੂੰ ਸਟਾਰਟ ਕੀਤਾ। ਸਕ੍ਰਿਪਟ ਟੈਗ ਦੇਖੋ ਅਸੀਂ ਕੀ ਕਰਾਂਗੇ, ਸਕ੍ਰਿਪਟ ਟੈਗ ਦਾ ਕੀ ਯੂਜ਼ ਹੈ, ਸਕ੍ਰਿਪਟ ਟਾਈਪ ਇਜ਼ ਇਕੁਅਲ ਟੂ ਡਬਲ ਕੋਟਸ ਅਸੀਂ ਯੂਜ਼ ਕਰਕੇ ਟੈਕਸਟ / ਜਾਵਾਸਕ੍ਰਿਪਟ ਜੋ ਹੈ ਇੱਥੇ ਅਸੀਂ ਇਸ ਨੂੰ ਡਿਸਕਰਾਈਬ ਕਰ ਰਹੇ ਹਾਂ ਕਿ ਅਸੀਂ HTML ਦੇ ਵਿੱਚ ਕਿਸ ਨੂੰ ਇੰਬੈਡ ਕਰ ਰਹੇ ਹਾਂ ਜੀ, ਜਾਵਾਸਕ੍ਰਿਪਟ ਨੂੰ। ਸੋ ਜਿੱਦਾਂ ਅਸੀਂ HTML ਦੇ ਵਿੱਚ ਸਿੰਪਲ ਸਿਰਫ ਇੰਨਾ ਹੀ ਕੋਡ ਲਿਖਦੇ ਹੁੰਦੇ ਸੀਗੇ, ਅਗਰ ਅਸੀਂ ਕਿਸੇ ਵੀ ਚੀਜ਼ ਨੂੰ ਕਰਵਾਉਣਾ ਹੈ, ਪ੍ਰਿੰਟ ਕਰਵਾਉਣਾ ਹੈ, ਪਰ ਇਹਦੇ ਵਿੱਚ ਕੀ ਕਰਾਂਗੇ ਜੀ, ਅਸੀਂ document.write ਲਿਖਾਂਗੇ ਅਤੇ ਨਾਲ ਹੀ ਨਾਲ ਰਾਊਂਡ ਬਰੇਸਿਸ ਦੇ ਨਾਲ ਅਸੀਂ ਇਸ ਨੂੰ ਕੀ ਹੈ ਕਲੋਜ਼ ਕਰਾਂਗੇ ਜਿਹੜੀ ਵੀ ਸਾਡੀ ਸਟੇਟਮੈਂਟ ਹੈ, ਔਰ ਸੈਮੀਕੋਲਨ ਨਾਲ ਇਹਦਾ ਐਂਡ ਕਰਾਂਗੇ। ਇਹ ਚੀਜ਼ ਜ਼ਰੂਰੀ ਹੈ। ਡਬਲ ਕੋਟਸ ਵੀ ਜ਼ਰੂਰੀ ਹੈ, ਤੁਸੀਂ ਦੇਖ ਸਕਦੇ ਹੋ ਡਬਲ ਕੋਟਸ ਅਸੀਂ ਲਗਾਏ ਹੋਏ ਆ। ਸੋ ਜਾਵਾਸਕ੍ਰਿਪਟ ਦੀ ਜੋ ਸਟੇਟਮੈਂਟ ਹੈ ਜਾਂ ਸਿੰਪਲ ਮੈਸੇਜ ਆ ਉਹ ਫੇਰ ਹੀ ਪ੍ਰਿੰਟ ਹੋਏਗਾ ਅਗਰ ਅਸੀਂ ਇਹ ਰੂਲ ਨੂੰ ਫੋਲੋ ਕਰ ਰਹੇ ਹਾਂ। ਸੋ ਇਹ ਸਾਰੇ ਤਰ੍ਹਾਂ ਦੀਆਂ ਅਸੀਂ ਸਟੇਟਮੈਂਟਸ ਲਗਾਈਆਂ ਹੋਈਆਂ, ਠੀਕ ਹੈ। ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਇੱਥੇ ਟੈਗ H1 H2 H3 4 ਯੂਜ਼ ਕੀਤੇ ਹੋਏ ਆ। ਸੋ ਇੱਥੇ ਹੁਣ ਕੀ ਹੈ, ਅਸੀਂ ਸਕ੍ਰਿਪਟ ਇੱਥੋਂ ਸਟਾਰਟ ਕੀਤੀ ਸੀ ਔਰ ਇੱਥੇ ਅਸੀਂ ਸਕ੍ਰਿਪਟ ਨੂੰ ਕਲੋਜ਼ ਕੀਤਾ ਹੋਇਆ। ਬੋਡੀ ਨੂੰ ਇੱਥੋਂ ਸਟਾਰਟ ਕੀਤਾ ਹੈ ਔਰ ਇੱਥੇ ਕਲੋਜ਼ ਕੀਤੀ ਆ। HTML ਅਸੀਂ ਨੈਕਸਟ 'ਤੇ ਕਲੋਜ਼ ਕੀਤਾ ਹੈ, ਔਰ ਹੈਡ ਟੈਗ ਜੋ ਹੈ ਉਸ ਦੇ ਵਿੱਚ ਅਸੀਂ ਟਾਈਟਲ ਨੂੰ ਕੰਟੇਨ ਕੀਤਾ। ਠੀਕ ਹੈ ਜੀ, ਇਹ ਸਾਰਾ ਇਹਦਾ ਪ੍ਰੋਗਰਾਮ ਦਾ ਸਟਰਕਚਰ ਆ। ਸੋ ਅਸੀਂ ਇਸ ਨੂੰ ਸੇਵ ਕਰਨਾ ਹੈ। ਤੁਸੀਂ ਫੋਰ ਐਗਜ਼ਾਮਪਲ ਇਹਦਾ ਕੋਈ ਵੀ ਨੇਮ ਰੱਖ ਸਕਦੇ ਹੋ। ਠੀਕ ਹੈ ਜੀ, ਇਹਦਾ ਨੇਮ ਤੁਸੀਂ ਫੋਰ ਐਗਜ਼ਾਮਪਲ ਰੱਖ ਸਕਦੇ ਹੋ HTML ਦੇ ਨਾਲ ਅਸੀਂ ਇਹਨੂੰ ਸੇਵ ਕਰਨਾ, ਤਾਂ ਤੁਸੀਂ ਇਹਦਾ ਨੇਮ ਕਿਹੜਾ ਰੱਖ ਸਕਦੇ ਹੋ, ਮੈਸੇਜ ਡੋਟ HTML। ਠੀਕ ਹੈ ਜੀ, ਮੈਸੇਜ ਡੋਟ HTML ਇਹਦੀ ਐਕਸਟੈਂਸ਼ਨ ਹੋਏਗੀ। ਸੋ ਐਕਸਟੈਂਸ਼ਨ ਦੇ ਨਾਲ ਅਸੀਂ ਇਸ ਨੂੰ ਸੇਵ ਕੀਤਾ ਹੋਇਆ। ਸੇਵ ਕਰਨ ਤੋਂ ਬਾਅਦ ਜੋ ਆਊਟਪੁੱਟ ਆਏਗੀ ਉਹ ਤੁਸੀਂ ਦੇਖ ਸਕਦੇ ਹੋ। ਤਾਂ ਸਟੇਟਮੈਂਟ ਦੇ ਵਿੱਚ ਫਸਟ ਹੈ
H1 ਟੈਗ ਅਸੀਂ ਇੱਥੇ ਅਪਲਾਈ ਕੀਤਾ ਤਾਂ H1 ਹੁੰਦਾ ਹੈਡਿੰਗ 1, ਹੈਡਿੰਗ 1 ਦਾ ਸਾਈਜ਼ ਸਭ ਤੋਂ ज़्यादा ਵੱਡਾ ਆ ਰਿਹਾ ਹੈ। ਨੈਕਸਟ ਹੈ ਜੀ H2 ਦੇ ਵਿੱਚ ਸਾਈਜ਼ ਥੋੜ੍ਹਾ ਛੋਟਾ ਆ ਰਿਹਾ ਹੈ ਔਰ ਫੌਂਟ ਸਾਈਜ਼ ਦੇ ਲਈ ਅਸੀਂ ਇਹਨਾਂ ਹੈਡਿੰਗਸ ਟੈਗਸ ਨੂੰ ਯੂਜ਼ ਕਰਦੇ ਹਾਂ। H1 ਮਤਲਬ ਹੈਡਿੰਗ 1 2 3 4 ਤਾਂ ਟੋਟਲ H6 ਤੱਕ ਹੁੰਦੇ ਆ ਜੀ ਇਹ, ਠੀਕ ਹੈ। H6 ਸਭ ਤੋਂ ਸਮੋਲੈਸਟ ਹੋਏਗਾ, H1 ਸਭ ਤੋਂ ਲਾਰਜੈਸਟ ਹੋਏਗਾ। ਇਸ ਤਰ੍ਹਾਂ ਅਸੀਂ ਕੋਈ ਵੀ ਟੈਗ ਜਿਹੜਾ ਉਸਨੂੰ ਯੂਜ਼ ਕਰਕੇ ਦੇਖਿਆ, ਇੱਕ ਸਿੰਪਲ ਮੈਸੇਜ ਪ੍ਰਿੰਟ ਕਰਵਾ ਕੇ ਦੇਖਿਆ। ਸੋ ਇਹ ਸੀ ਜੀ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਜਾਵਾ ਸਕ੍ਰਿਪਟ ਨੂੰ ਯੂਜ਼ ਕੀਤਾ, ਜਾਵਾ ਸਕ੍ਰਿਪਟ ਦੇ ਸਕ੍ਰਿਪਟ ਟੈਗ ਨੂੰ ਯੂਜ਼ ਕੀਤਾ ਔਰ ਉਹਦੀ ਸਿੰਪਲ ਸਟੇਟਮੈਂਟ ਨੂੰ ਐਗਜ਼ੀਕਿਊਟ ਕਰਨਾ ਸਿੱਖਿਆ ਕਿ ਅਸੀਂ ਇਹਦੀਆਂ ਸਿੰਪਲ ਸਟੇਟਮੈਂਟਸ ਨੂੰ ਕਿੱਦਾਂ ਐਗਜ਼ੀਕਿਊਟ ਕਰ ਸਕਦੇ ਹਾਂ। ਬਹੁਤ ਹੀ ਸੌਖਾ ਹੈ ਇਹ, ਤੁਸੀਂ ਬਸ ਇਹਨਾਂ ਦੇ ਟੈਗਸ ਨੂੰ ਚੰਗੇ ਤਰੀਕੇ ਦੇ ਨਾਲ ਕਿੱਦਾਂ ਐਮਬੈਡ ਹੁੰਦੇ ਆ, ਕਿੱਥੇ ਕਿਹੜਾ ਟੈਗ ਲੱਗੇਗਾ, ਇਹ ਸਾਰਾ ਪ੍ਰੋਗਰਾਮ ਹੈ। ਤੁਸੀਂ ਇਸ ਤੋਂ ਉਹਨੂੰ ਲਰਨ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਵੀ ਬਰਾਊਜ਼ਰ ਦੇ ਵਿੱਚ ਰਨ ਕਰ ਸਕਦੇ ਹੋ, ਜਿੱਦਾਂ ਅਸੀਂ ਇਹ ਕੀਤਾ ਹੋਇਆ ਜੀ ਕ੍ਰੋਮ ਬਰਾਊਜ਼ਰ ਦੇ ਵਿੱਚ ਰਨ ਕੀਤਾ ਹੋਇਆ। ਸੋ ਆਪਣੀ ਪ੍ਰੈਕਟੀਕਲ ਫਾਈਲ ਵੀ ਤੁਸੀਂ ਮੇਨਟੇਨ ਕਰ ਸਕਦੇ ਹੋ। ਜਿੰਨਾ ਵੀ ਮਟੀਰੀਅਲ ਮੈਂ ਲਿਖਿਆ ਹੋਇਆ HTML ਤੋਂ ਲੈ ਕੇ ਇੱਥੋਂ ਤੋਂ ਕੋਡ ਸਟਾਰਟ ਹੋ ਰਿਹਾ, ਜਿੱਥੋਂ ਤੋਂ HTML ਤੋਂ ਕੋਡ ਸਟਾਰਟ ਹੋਇਆ, ਇਹ ਸਾਰਾ ਕੋਡ ਜੋ ਹੈ ਤੁਸੀਂ ਇਹਨੂੰ ਲਿਖ ਸਕਦੇ ਹੋ ਪ੍ਰੈਕਟੀਕਲ ਫਾਈਲ 'ਤੇ ਔਰ ਆਊਟਪੁੱਟ ਜੋ ਹੈ ਤੁਸੀਂ ਇਹਦੇ ਅਪਰੋਪਰੀਏਟ ਇਹ ਆਊਟਪੁੱਟ ਜੋ ਹੈ ਉਸਨੂੰ ਲੈ ਕੇ ਕਿਤੇ ਵੀ ਪੇਸਟ ਕਰ ਸਕਦੇ ਹੋ। ਸੋ ਨੈਕਸਟ ਸੇਫਟੀ ਫॉर ਕੁਐਸਚਨਸ, ਜੋ ਸਟੂਡੈਂਟਸ ਜ਼ਿਆਦਾਤਰ ਗਲਤੀਆਂ ਕਰਦੇ ਆ ਉਹਨਾਂ ਨੂੰ ਮੈਂ ਹਾਈਲਾਈਟ ਕਰ ਰਹੀ ਹਾਂ ਤਾਂ ਕਿ ਤੁਸੀਂ ਇਹ ਗਲਤੀਆਂ ਨਾ ਕਰੋ। ਤਾਂ ਸਭ ਤੋਂ ਪਹਿਲੀ ਗਲਤੀ ਹੁੰਦੀ ਹੈ ਜੀ ਡਾਕੂਮੈਂਟ ਡੋਟ ਰਾਈਟ ਵਾਲੀ ਸਟੇਟਮੈਂਟ, ਜੋ ਜ਼ਿਆਦਾਤਰ ਬੱਚੇ ਹੈ ਸਟੂਡੈਂਟਸ ਹੈ ਉਹ ਕੈਪੀਟਲ ਲਿਖਦੇ ਆ, ਪਰ ਇਸ ਨੂੰ ਅਸੀਂ ਹਮੇਸ਼ਾ ਸਮੋਲ ਲੈਟਰਸ ਦੇ ਵਿੱਚ ਹੀ ਲਿਖਣਾ ਹੁੰਦਾ ਹੈ। ਨੈਕਸਟ ਹੈ ਕਿ ਸੀਕੁਐਂਸ ਆਫ ਟੈਗਸ ਮਸਟ ਬੀ ਮੈਨੇਜਡ। ਸੀਕੁਐਂਸ ਆਫ ਟੈਗਸ ਦਾ ਮੀਨਸ ਅਗਰ HTML ਅਸੀਂ ਫਸਟ 'ਤੇ ਸਟਾਰਟ ਕਰ ਰਹੇ ਹਾਂ ਤਾਂ ਉਹ ਐਂਡ 'ਤੇ ਕਲੋਜ਼ ਹੋਏਗਾ ਔਰ ਸਾਨੂੰ ਇਸ ਗੱਲ ਦੀ ਨੌਲੇਜ ਹੋਣੀ ਚਾਹੀਦੀ ਆ ਕਿ ਕਿਹੜਾ ਟੈਗ ਕਿਸ ਟੈਗ ਨੂੰ ਕੰਟੇਨ ਕਰੇਗਾ ਔਰ ਕਿੱਥੇ ਬੰਦ ਹੋਏਗਾ ਜਾਂ ਫਿਰ ਕਿੱਥੇ ਓਪਨ ਹੋਏਗਾ। if you open a tag it must be close it using slash। so by using slash ਅਸੀਂ ਕਿਸੇ ਵੀ ਟੈਗ ਨੂੰ ਕਲੋਜ਼ ਕਰ ਸਕਦੇ ਹਾਂ। ਤਾਂ ਅਗਰ ਕੋਈ ਡਬਲ ਟੈਗ ਹੈ ਤਾਂ ਅਸੀਂ ਪਹਿਲਾਂ ਉਸਨੂੰ ਕਿਤੇ ਨਾ ਕਿਤੇ ਓਪਨ ਕੀਤਾ ਹੋਇਆ ਹੈ ਤਾਂ ਉਸਨੂੰ ਕਲੋਜ਼ ਕਰਨਾ ਜ਼ਰੂਰੀ ਹੈ। ਅਗਰ ਅਸੀਂ ਕੋਈ ਵੀ ਟੈਗ ਜੋ ਹੈ ਕਲੋਜ਼ ਕਰੇ ਦੇ ਬਿਨਾਂ ਹੀ ਛੱਡ ਦਿੰਦੇ ਹਾਂ ਤਾਂ ਉਹ ਇੱਕ ਪ੍ਰੋਬਲਮ ਕ੍ਰੀਏਟ ਕਰੇਗਾ। ਫੋਰ ਐਗਜ਼ਾਮਪਲ ਸਕ੍ਰਿਪਟ ਟੈਗ ਅਸੀਂ ਕਿਤੇ ਵੀ ਓਪਨ ਕੀਤਾ ਤਾਂ ਉਸਨੂੰ ਅਸੀਂ ਕਲੋਜ਼ ਕਿੱਦਾਂ ਕਰਾਂਗੇ, ਸਲੈਸ਼ ਦੇ ਨਾਲ। ਫੋਰ ਐਗਜ਼ਾਮਪਲ ਸਲੈਸ਼ ਦੇ ਨਾਲ ਅਸੀਂ ਇਸਨੂੰ ਕਲੋਜ਼ ਕਰਾਂਗੇ। ਯੂਜ਼ ਸੈਮੀਕੋਲਨ ਐਟ ਦਾ ਐਂਡ ਆਫ ਦਾ ਸਟੇਟਮੈਂਟ। ਫੋਰ ਐਗਜ਼ਾਮਪਲ ਡਾਕੂਮੈਂਟ ਡੋਟ ਰਾਈਟ, ਇਸ ਦੇ ਵਿੱਚ ਅਸੀਂ H1 ਟੈਗ ਦਿੱਤਾ ਹੈ, ਡਾਇਨਾਮਿਕ ਸਟੱਡੀਜ਼ ਨਾਮ ਦਾ ਅਸੀਂ ਮੈਸੇਜ ਪ੍ਰਿੰਟ ਕਰਵਾਉਣਾ ਹੈ ਔਰ ਨੈਕਸਟ ਦੇ ਉੱਪਰ ਦੇਖੋ ਬਿਲਕੁਲ ਇਸ ਸਟੇਟਮੈਂਟ ਦੇ ਬਿਲਕੁਲ ਐਂਡ ਦੇ ਉੱਪਰ, ਇਸ ਪੇਜ ਦੇ ਬਿਲਕੁਲ ਐਂਡ ਦੇ ਉੱਪਰ ਅਸੀਂ ਸੈਮੀਕੋਲਨ ਜੋ ਹੈ ਇਨਸਰਟ ਕੀਤਾ। ਤਾਂ ਇਹ ਸੈਮੀਕੋਲਨ ਅਗਰ ਅਸੀਂ ਇਨਸਰਟ ਨਹੀਂ ਕਰਦੇ ਤਾਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ। ਸੋ ਇਹ ਬੇਸਿਕ ਸੇਫਟੀ ਕੁਐਸਚਨਸ ਹੈ ਜਿਨ੍ਹਾਂ ਦਾ ਅਸੀਂ ਧਿਆਨ ਰੱਖਣਾ ਹੋਏਗਾ ਔਰ ਬੇਸਿਕਲੀ ਅਸੀਂ ਇਹੀ ਮਿਸਟੇਕਸ ਕਰਦੇ ਹਾਂ ਜਿਹਦੇ ਨਾਲ ਸਾਡੀ ਆਊਟਪੁੱਟ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਔਰ ਸੋ ਇਹ ਕੁਛ ਕੁ ਸੇਫਟੀ ਸੀ ਜਿਨ੍ਹਾਂ ਦਾ ਅਸੀਂ ਖਿਆਲ ਰੱਖਣਾ ਹੋਏਗਾ। ਸੋ ਕੱਲ੍ਹ ਤੋਂ ਅਸੀਂ ਪ੍ਰੋਗਰਾਮਸ ਨੂੰ ਐਗਜ਼ੀਕਿਊਟ ਕਰਨਾ ਸਿੱਖਾਂਗੇ ਤਾਂ ਐਗਜ਼ੀਕਿਊਸ਼ਨ ਅਸੀਂ ਔਨਲਾਈਨ ਆਫਲਾਈਨ ਕਿੱਦਾਂ ਵੀ ਕਰ ਸਕਦੇ ਹਾਂ। ਸੋ ਕੱਲ੍ਹ ਤੋਂ ਅਸੀਂ ਕੰਪਿਊਟਰ ਦੀ ਸਕਰੀਨ ਦੇ ਉੱਪਰ ਕਿੰਨੇ ਵੀ ਪ੍ਰੋਗਰਾਮ ਹੈ ਉਹਨਾਂ ਦਾ ਕੋਡ ਕਿੱਦਾਂ ਸੇਵ ਕਰਨਾ, ਕਿਸ ਤਰ੍ਹਾਂ ਅਸੀਂ ਉਸਨੂੰ ਐਗਜ਼ੀਕਿਊਟ ਕਰਨਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਲਰਨ ਕਰਾਂਗੇ। ਸੋ ਥੈਂਕ ਯੂ ਸੋ ਮਚ ਸਟੂਡੈਂਟਸ। ਅਗਰ ਤੁਹਾਨੂੰ ਹਜੇ ਵੀ ਕੋਈ ਡਾਊਟ ਹੈ ਇਸ ਦੇ ਰਿਲੇਟਡ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸੋ ਇਸ ਵੀਡੀਓ ਨੂੰ ਲਾਈਕ ਕਰ ਦਿਓ। ਥੈਂਕ ਯੂ ਸੋ ਮਚ।